13 ਸਟੇਟਾਂ ਤੋਂ ਸਾਡੇ ਕੋਲ ਜਿਹੜੇ ਰਿਪਰੈਜ਼ੈਂਟੇਟਿਵ ਆਏ ਆ ਉਹਨਾਂ ਨੇ ਆ ਕੇ ਆਪਣੀ ਗੱਲ ਰੱਖੀ, ਖੁੱਲ੍ਹ ਕੇ ਵਿਚਾਰ ਹੋਏ ਆ। ਕਰੀਬ 3.5-4 ਘੰਟੇ ਇਹ ਮੀਟਿੰਗ ਚੱਲੀ ਹੈ। ਕਨਸਟੀਟਿਊਸ਼ਨ ਦੇ ਵਿੱਚ ਧਾਰਾ 25 ਦੇ ਵਿੱਚ ਸਾਨੂੰ ਆਪਣੇ ਕਕਾਰ ਜਿਹੜੇ ਪਾਉਣ ਦੀ, ਸਾਡੀ ਦਸਤਾਰ ਦੀ ਹਰ ਇੱਕ ਚੀਜ਼ ਜਿਹੜੀ ਪ੍ਰੋਟੈਕਟਡ ਹੈ। ਸੋ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਛੇੜਛਾੜ ਨਾ ਹੋਵੇ ਔਰ ਉਹ 11 ਮੈਂਬਰੀ ਕਮੇਟੀ ਜਿਹੜੀ ਆ ਸਾਡੇ ਕੀ ਰਾਈਟਸ ਹੋਣੇ ਚਾਹੀਦੇ ਆ, ਕੀ ਸਾਨੂੰ ਮਿਲਣਾ ਚਾਹੀਦਾ UCC ਦੇ ਵਿੱਚ, ਉਹ ਖਰੜਾ ਤਿਆਰ ਕਰੇਗੀ। ਲਾਅ ਕਮਿਸ਼ਨ ਨੂੰ ਦੇਵਾਂਗੇ, ਸਰਕਾਰ ਨਾਲ ਗੱਲਬਾਤ ਕਰਨੀ ਪਏਗੀ, ਉਹ ਵੀ ਕਰਾਂਗੇ ਕਿ ਜੋ ਸਿੱਖਾਂ ਦੇ ਰਾਈਟਸ ਹੈ ਉਸ ਨੂੰ ਹਰ ਹਾਲਤ ਦੇ ਵਿੱਚ ਪ੍ਰੋਟੈਕਟ ਕੀਤਾ ਜਾਏ। ਜਦ ਅਜੇ ਕੋਈ ਡਰਾਫਟ ਹੀ ਸਾਡੇ ਕੋਲ ਨਹੀਂ ਆਇਆ ਤਾਂ ਅਸੀਂ ਵਿਰੋਧ ਕਿਸ ਚੀਜ਼ ਦਾ ਕਰਨ ਲੱਗੇ ਹਾਂ। ਆਪਣਾ ਅੱਜ ਜਿਹੜਾ ਨਾ ਟਕਰਾਓ ਨਹੀਂ ਹੋਣਾ ਚਾਹੀਦਾ, ਲੇਕਿਨ ਆਪਣੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ। ਤੇ ਜੇ UCC ਆਂਦਾ ਤੁਹਾਨੂੰ ਲੱਗਦਾ ਕਿ ਜੇ ਪਰਸਨਲ ਲਾਅ ਦੇ ਵਿੱਚ ਜਿਹੜੀ ਮੰਗਾਂ ਸੀਗੀਆਂ ਜਿਹੜੀਆਂ ਰਹੀਆਂ ਤੇ ਕੀ UCC ਦੇ ਵਿੱਚ ਵੀ ਉਹਨਾਂ ਦਾ ਫਾਇਦਾ ਲਿਆ ਜਾ ਸਕਦਾ? UCC ਨੂੰ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ। ਉਹਦੇ ਵਿੱਚ ਕਈ ਸੁਝਾਅ ਜੋ ਦਿੱਤੇ ਗਏ ਆ, ਕਈ ਫੈਸਲੇ ਲਿੱਤੇ ਗਏ। ਆਪਾਂ ਗੱਲ ਕਰਾਂਗੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਨਾਲ। ਕਾਲੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ, ਕਿਸ ਤਰੀਕੇ ਦੀ ਅੱਜ ਮੀਟਿੰਗ ਹੋਈ? ਦੇਖੋ, ਯੂਨੀਫਾਰਮ ਸਿਵਲ ਕੋਡ ਜਿਹੜਾ ਕਿ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਇਹਦੇ ਸੁਝਾਅ ਵੀ ਮੰਗੇ ਗਏ ਆ ਅਲੱਗ-ਅਲੱਗ ਕਮਿਊਨਿਟੀਜ਼ ਦੇ ਕੋਲੋਂ, ਅਲੱਗ-ਅਲੱਗ ਫਿਰਕਿਆਂ ਦੇ ਕੋਲੋਂ। ਤੇ ਇਸ ਨੂੰ ਲੈ ਕੇ ਕਿਉਂਕਿ ਸਿੱਖ ਪੰਥ ਦੇ ਵਿੱਚ ਵੀ ਕਾਫੀ ਚਰਚਾ ਸੀ ਇਸ ਗੱਲ ਦੀ ਔਰ ਮੀਡੀਆ ਵੀ ਬਾਰ-ਬਾਰ ਇਸ ਦੇ ਉੱਤੇ ਸਵਾਲ ਕਰ ਰਿਹਾ ਸੀ, ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਅੱਜ ਹਿੰਦੁਸਤਾਨ ਦੇ ਅਲੱਗ-ਅਲੱਗ ਸੂਬਿਆਂ ਤੋਂ ਆਪਣੇ ਜਿਹੜੇ ਸਿੱਖ ਰਿਪਰੈਜ਼ੈਂਟੇਟਿਵ ਸੀ, ਇੰਟੈਲੈਕਚੁਅਲ ਸੀ, ਉਹਨਾਂ ਨੂੰ ਬੁਲਾਇਆ। ਸ਼ਾਰਟ ਨੋਟਿਸ ਸੀ, ਸਾਰੇ ਨਹੀਂ ਪਹੁੰਚ ਸਕੇ, ਲੇਕਿਨ ਫਿਰ ਵੀ 13 ਸਟੇਟਾਂ ਤੋਂ ਸਾਡੇ ਕੋਲ ਜਿਹੜੇ ਰਿਪਰੈਜ਼ੈਂਟੇਟਿਵ ਆਏ ਆ ਉਹਨਾਂ ਨੇ ਆ ਕੇ ਆਪਣੀ ਗੱਲ ਰੱਖੀ, ਖੁੱਲ੍ਹ ਕੇ ਵਿਚਾਰ ਹੋਏ ਆ। ਕਰੀਬ 3.5-4 ਘੰਟੇ ਇਹ ਮੀਟਿੰਗ ਚੱਲੀ ਹੈ ਔਰ ਇਸ ਮੀਟਿੰਗ ਦੇ ਵਿੱਚ ਹਰ ਇੱਕ ਜਿੰਨੇ ਵੀ ਸਾਡੇ ਰਿਪਰੈਜ਼ੈਂਟੇਟਿਵ ਆਏ ਸੀ ਸਭ ਨੇ ਆਪਣੇ ਆਪਣੇ ਵਿਚਾਰ ਦਿੱਤੇ ਆ ਔਰ ਉਹਨਾਂ ਵਿਚਾਰਾਂ ਦੇ ਵਿੱਚੋਂ ਅਲਟੀਮੇਟਲੀ ਇਹ ਨਿਕਲ ਕੇ ਆਇਆ ਕਿਉਂਕਿ ਜਿਹੜੇ ਸਾਡੇ ਰਾਈਟਸ ਆਲਰੇਡੀ ਪ੍ਰੋਟੈਕਟਡ ਹੈ। ਕਨਸਟੀਟਿਊਸ਼ਨ ਦੇ ਵਿੱਚ ਧਾਰਾ 25 ਦੇ ਵਿੱਚ ਸਾਨੂੰ ਆਪਣੇ ਕਕਾਰ ਜਿਹੜੇ ਪਾਉਣ ਦੀ, ਸਾਡੀ ਦਸਤਾਰ ਦੀ ਹਰ ਇੱਕ ਚੀਜ਼ ਜਿਹੜੀ ਪ੍ਰੋਟੈਕਟਡ ਹੈ, ਫੰਡਾਮੈਂਟਲ ਸਾਡੇ ਰਾਈਟਸ ਹੈ। ਸੋ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਛੇੜਛਾੜ ਨਾ ਹੋਵੇ, ਜਿਹੜੇ ਸਾਡੇ ਕਸਟਮਸ ਹੈ ਉਹਨਾਂ ਦੇ ਨਾਲ ਕੋਈ ਛੇੜਛਾੜ ਨਾ ਹੋਵੇ, ਇਸ ਗੱਲ ਨੂੰ ਸੁਨਿਸ਼ਚਿਤ ਕੀਤਾ ਜਾਏਗਾ। 11 ਮੈਂਬਰੀ ਕਮੇਟੀ ਜਿਹੜੀ ਆ ਉਹ ਬਣਾਈ, ਉਹਦੀ ਅਨਾਉਂਸਮੈਂਟ ਕੀਤੀ ਗਈ ਆ। ਮੈਂਬਰ ਅਸੀਂ ਅੱਜ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਹੁਣ ਫਾਈਨਲ ਕਰਾਂਗੇ ਔਰ ਉਹ 11 ਮੈਂਬਰੀ ਕਮੇਟੀ ਜਿਹੜੀ ਆ ਸਾਡੇ ਕੀ ਰਾਈਟਸ ਹੋਣੇ ਚਾਹੀਦੇ ਆ, ਕੀ ਸਾਨੂੰ ਮਿਲਣਾ ਚਾਹੀਦਾ UCC ਦੇ ਵਿੱਚ, ਉਹ ਖਰੜਾ ਤਿਆਰ ਕਰੇਗੀ। ਲਾਅ ਕਮਿਸ਼ਨ ਨੂੰ ਦੇਵਾਂਗੇ, ਜੇ ਅੱਗੇ ਲੋੜ ਹੋਏਗੀ ਤੇ ਜਾ ਕੇ ਪਰਸਨਲੀ ਵੀ ਮਿਲਿਆ ਜਾਏਗਾ। ਸਰਕਾਰ ਨਾਲ ਗੱਲਬਾਤ ਕਰਨੀ ਪਏਗੀ, ਉਹ ਵੀ ਕਰਾਂਗੇ। ਪਰ ਇੱਕ ਗੱਲ ਜ਼ਰੂਰ ਹੈ ਕਿ ਜੋ ਸਿੱਖਾਂ ਦੇ ਰਾਈਟਸ ਹੈ ਉਸ ਨੂੰ ਹਰ ਹਾਲਤ ਦੇ ਵਿੱਚ ਪ੍ਰੋਟੈਕਟ ਕੀਤਾ ਜਾਏਗਾ। UCC ਨੂੰ ਲੈ ਕੇ ਜੋ ਹੈ ਬਿਆਨਬਾਜ਼ੀਆਂ ਵੀ ਚੱਲ ਰਹੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦਾ ਵਿਰੋਧ ਕਰਨ ਦੀ ਉਹਨਾਂ ਨੇ ਗੱਲ ਕੀਤੀ ਆ ਔਰ ਦਿੱਲੀ ਦੇ ਵਿੱਚ ਵੀ ਜਾਗੋ ਪਾਰਟੀ ਔਰ ਅਕਾਲੀ ਦਲ ਨੇ ਕਿਹਾ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਤੇ ਤੁਹਾਨੂੰ ਕੀ ਲੱਗਦਾ ਕਿ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਜੇ ਇਹਦੇ ਹੱਕ ਦੇ ਵਿੱਚ ਭੁਗਤਦੀ ਨਜ਼ਰ ਆ ਰਹੀ? ਦੇਖੋ, ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਕਿ ਵਿਰੋਧ ਕਿਸ ਚੀਜ਼ ਦਾ। ਕੋਈ UCC ਦਾ ਡਰਾਫਟ ਉਹਨਾਂ ਦੇ ਕੋਲ ਆਇਆ, ਕੋਈ ਉਹਨਾਂ ਨੇ ਕੋਈ ਚੀਜ਼ ਐਸੀ ਦੇਖੀ ਉਹਦੇ ਵਿੱਚ ਕਿ ਜਿਹੜੀ ਚੀਜ਼ ਜਿਹੜੀ ਆ ਸਾਡਾ ਰਾਈਟ ਜਿਹੜਾ ਕੱਟ ਦਿੱਤਾ ਗਿਆ ਜਾਂ ਉਹਦੇ 'ਚੋਂ ਹਟਾ ਦਿੱਤਾ ਗਿਆ ਜਾਂ ਜਿਹੜਾ ਰਾਈਟ ਸਾਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲਿਆ। ਜਦ ਅਜੇ ਕੋਈ ਡਰਾਫਟ ਹੀ ਸਾਡੇ ਕੋਲ ਨਹੀਂ ਆਇਆ ਤਾਂ ਅਸੀਂ ਵਿਰੋਧ ਕਿਸ ਚੀਜ਼ ਦਾ ਕਰਨ ਲੱਗੇ ਹਾਂ। ਹਰ ਚੀਜ਼ ਦਾ ਵਿਰੋਧ ਕਰਨਾ ਠੀਕ ਨਹੀਂ, ਲੇਕਿਨ ਸਾਨੂੰ ਆਪਣਾ ਅੱਜ ਜਿਹੜਾ ਨਾ ਟਕਰਾਓ ਨਹੀਂ ਹੋਣਾ ਚਾਹੀਦਾ, ਲੇਕਿਨ ਆਪਣੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ। ਅੱਜ ਸਾਡੇ ਹੱਕ ਸਾਨੂੰ ਮਿਲਣੇ ਚਾਹੀਦਾ, ਇਹ ਸੁਨਿਸ਼ਚਿਤ ਹੋਣਾ ਚਾਹੀਦਾ ਔਰ ਕਨਸਟੀਟਿਊਸ਼ਨ ਦੇ ਵਿੱਚ ਜੋ ਸਾਨੂੰ ਰਾਈਟ ਹੈ ਉਹ ਰਾਈਟ ਸਾਡੇ ਬਰਕਰਾਰ ਰਹਿਣੇ ਚਾਹੀਦੇ ਆ। ਉਹਦੇ ਵਾਸਤੇ ਤੁਸੀਂ ਡਾਇਲੋਗ ਕਰੋ, ਤੁਸੀਂ ਗਵਰਨਮੈਂਟ ਦੇ ਨਾਲ ਮੀਟਿੰਗ ਕਰੋ, ਲੇਕਿਨ ਆਪਣੇ ਹੱਕ ਪ੍ਰੋਟੈਕਟ ਕਰੋ। ਵਿਰੋਧ ਕਰਕੇ ਜੇ ਤੁਸੀਂ ਆਪਣੇ ਹੱਕ ਹੀ ਨਾ ਬਚਾ ਸਕੇ ਤੇ ਕੀ ਕਰੋਗੇ? ਇਸ ਕਰਕੇ ਅਸੀਂ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਹਾਂ, ਸਾਡੀਆਂ ਸੰਸਥਾਵਾਂ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੀਆਂ, ਸਾਡੀ ਕਮਿਊਨਿਟੀ ਸਾਡੇ ਵੱਲੇ ਦੇਖਦੀ ਹੈ ਕਿ ਸੰਸਥਾਵਾਂ ਕੀ ਕਰ ਰਹੀਆਂ। ਸੋ ਅੱਜ ਜਿਹੜਾ ਫੈਸਲਾ ਲਿਆ ਗਿਆ ਬੜਾ ਸੋਚ ਸਮਝ ਕੇ ਫੈਸਲਾ ਲਿਆ ਗਿਆ ਕਿ ਅਸੀਂ ਆਪਣੇ ਜਿਹੜੇ ਰਾਈਟਸ ਹੈ ਉਹਨਾਂ ਨੂੰ ਕਿਵੇਂ ਪ੍ਰੋਟੈਕਟ ਕਰਨਾ ਹੈ ਔਰ ਉਹ ਪ੍ਰੋਟੈਕਟ ਕਰਾਂਗੇ। ਲਾਅ ਕਮਿਸ਼ਨ ਵੱਲੋਂ ਸੁਝਾਅ ਮੰਗੇ ਗਏ ਆ, ਉਹਨਾਂ ਨੇ ਕਿਹਾ ਕਿ ਸੁਜੈਸ਼ਨ ਦਿੱਤਾ ਹੈ ਤੇ ਕੀ ਦਿੱਲੀ ਗੁਰਦੁਆਰਾ ਕਮੇਟੀ ਇਹਦੇ ਵਿੱਚ ਉਹਨਾਂ ਨੂੰ ਮੇਲ ਕਰੇਗੀ ਕਿਉਂਕਿ 13 ਜੁਲਾਈ ਦੀ ਅਖੀਰਲੀ ਡੇਟ ਹੈ? ਬਿਲਕੁਲ, ਮੈਂ ਉਹੀ ਕਿਹਾ ਨਾ, ਜਿਹੜੀ 11 ਮੈਂਬਰੀ ਕਮੇਟੀ ਬਣਾਈ ਆ ਉਹਦੇ ਵਿੱਚ ਇੰਟੈਲੈਕਚੁਅਲ ਹੈ, ਜਿਹੜੀ ਸੂਝਵਾਨ ਹੈ, ਸੂਝ ਰੱਖਦੇ ਆ, ਲਾਅ ਦੀ ਸੂਝ ਵੀ ਜਾਣਕਾਰੀ ਰੱਖਦੇ ਆ, ਉਹ ਸਾਰਾ ਖਰੜਾ ਤਿਆਰ ਕੀਤਾ ਜਾਏਗਾ। ਸਾਡੇ ਕੀ ਰਾਈਟਸ ਹੋਣੇ ਚਾਹੀਦੇ ਆ, ਅਗਰ UCC ਬਣਦਾ ਹੈ ਤੇ ਉਹਦੇ 'ਚ ਕੀ ਸਿੱਖਾਂ ਨੂੰ ਹੱਕ ਮਿਲਣੇ ਚਾਹੀਦੇ ਆ, ਉਹ ਸਾਰੇ ਬਣਾ ਕੇ ਲਾਅ ਕਮਿਸ਼ਨ ਨੂੰ ਦਿੱਤੇ ਜਾਣਗੇ ਸੁਝਾਅ। ਠੀਕ ਹੈ। ਕਾਲੂ ਸਾਹਿਬ, ਤੁਸੀਂ ਤਾਂ ਲੀਗਲ ਦੇ ਵਿੱਚ ਵੀ ਕਾਫੀ ਜੋ ਕਿ ਕੇਸ ਦੇਖਦੇ ਰਹੇ ਹੋ,
ਸਿੱਖਾਂ ਦਾ ਆਪਣਾ ਹਜੇ ਤੱਕ ਇੱਕ ਪਰਸਨਲ ਲਾਅ ਨਹੀਂ ਹੈ। ਮੁਸਲਿਮ ਕਮਿਊਨਿਟੀ ਦਾ ਵੀ ਹੈ, ਪਾਰਸੀ ਕਮਿਊਨਿਟੀ ਦਾ ਵੀ ਹੈ, ਕ੍ਰਿਸਚੀਅਨ ਕਮਿਊਨਿਟੀ ਦਾ ਹੀ ਹੈ। ਸਿੱਖ ਕਮਿਊਨਿਟੀ ਦਾ ਆਪਣਾ ਕੋਈ ਪਰਸਨਲ ਲਾਅ ਨਹੀਂ ਹੈ ਹਜੇ ਤੱਕ। ਤੁਹਾਨੂੰ ਕੀ ਲੱਗਦਾ ਸਿੱਖ ਲੀਡਰਸ਼ਿਪ ਇਹਦੇ ਉੱਪਰ ਪਿਛਲੇ 75 ਸਾਲਾਂ ਤੋਂ ਕੰਮ ਵੀ ਨਹੀਂ ਕਰ ਪਾਈ? ਨੰਬਰ 2, ਤੇ ਜੇ UCC ਆਂਦਾ ਤਾਂ ਤੁਹਾਨੂੰ ਲੱਗਦਾ ਕਿ ਜੇ ਪਰਸਨਲ ਲਾਅ ਦੇ ਵਿੱਚ ਜਿਹੜੀ ਮੰਗਾਂ ਸੀਗੀਆਂ ਜਿਹੜੀਆਂ ਰਹੀਆਂ ਤੇ ਕੀ UCC ਦੇ ਵਿੱਚ ਵੀ ਉਹਨਾਂ ਦਾ ਫਾਇਦਾ ਲਿਆ ਜਾ ਸਕਦਾ? ਇੱਕ ਹੈ ਤੁਹਾਨੂੰ ਲੱਗਦਾ ਇੱਕ ਅਪੋਰਚੁਨਿਟੀ ਵੀ ਬਣ ਕੇ ਆ ਸਕਦਾ? ਨਹੀਂ, ਬਿਲਕੁਲ ਓਪਰਚੁਨਿਟੀ ਬਣ ਕੇ ਆ ਸਕਦਾ ਹੈ ਕਿ ਜਿਹੜੇ ਸਾਡੇ ਮਸਲੇ ਲਟਕਦੇ ਪਏ ਆ, ਅਸੀਂ ਉਹਨਾਂ ਨੂੰ ਕੋਸ਼ਿਸ਼ ਕਰੀਏ ਕਿ UCC ਦੇ ਵਿੱਚ ਲਿਆ ਕੇ ਸਿੱਖਾਂ ਨੂੰ ਰਾਈਟ ਦਵਾਈਏ, ਔਰ ਜਿਹੜੇ ਸਾਨੂੰ ਆਲਰੇਡੀ ਰਾਈਟ ਮਿਲੇ ਆ ਉਹਨਾਂ ਨੂੰ ਅਸੀਂ ਪ੍ਰੋਟੈਕਟ ਕਰੀਏ। ਸਿੱਖਾਂ ਦਾ ਵੱਖਰਾ ਲਾਭ ਮੈਂ ਸਮਝਦਾ, ਅਗਰ ਤੁਸੀਂ ਉਸ ਪਾਸੇ ਤੁਰ ਪੋਗੇ ਤੇ ਪਹਿਲੇ ਤੇ ਸਿੱਖਾਂ ਦੀ ਯੂਨੈਨਿਮਸ ਲਈ ਕੋਈ ਫੈਸਲਾ ਹੀ ਨਹੀਂ ਹੁੰਦਾ। ਕਿਹੜੀ ਸੰਸਥਾ ਕੌਣ ਫੈਸਲਾ ਕਰੇਗੀ ਕਿ ਇਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਸਿੱਖ ਰਹਿਤ ਮਰਿਆਦਾ ਦਾ ਤੇ ਖਰੜਾ ਤਿਆਰ ਹੈ, ਤੇ ਸਿੱਖ ਰਹਿਤ ਮਰਿਆਦਾ ਤਾਂ ਸਾਡੇ ਕੋਲ ਰਾਈਟ ਹੈ, ਸਾਨੂੰ ਕੋਈ ਰੋਕਦਾ ਥੋੜੀ ਹੈ। ਸਾਨੂੰ ਕੌਣ ਰੋਕਦਾ? ਸੀ ਆਪਣੇ ਰੀਤੀ ਰਿਵਾਜ ਨਾਲ ਅਸੀਂ ਸ਼ਾਦੀ ਵਿਆਹ ਕਰਦੇ ਹਾਂ, ਆਪਣੇ ਰੀਤੀ ਰਿਵਾਜ ਦੇ ਨਾਲ ਅਸੀਂ ਕਿਸੇ ਦੀ ਜੇ ਡੈਥ ਹੋ ਜਾਂਦੀ ਆ ਉਹਨੂੰ ਸੰਸਕਾਰ ਕਰਦੇ ਹਾਂ। ਸਾਨੂੰ ਕਿਹੜਾ ਐਸੀ ਚੀਜ਼ ਹੈ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਦੀ ਸਾਨੂੰ ਇੰਡੀਆ ਦਾ ਸੰਵਿਧਾਨ ਰੋਕਦਾ ਪਿਆ? ਕੋਈ ਹੈ ਹੀ ਨਹੀਂ ਐਸਾ। ਅਸੀਂ ਸਿੱਖ ਕਮਿਊਨਿਟੀ ਆਪਣੀ ਮਰਜ਼ੀ ਦੇ ਨਾਲ ਅਸੀਂ ਹਰ ਆਪਣੇ ਰਹਿਤ ਮਰਿਆਦਾ ਦੇ ਮੁਤਾਬਕ ਸਾਰੇ ਕੰਮ ਕਰਦੇ ਪਏ ਹਾਂ। ਸਾਨੂੰ ਕੋਈ ਗੁਰਦੁਆਰਿਆਂ ਤੋਂ ਰੋਕ ਰਿਹਾ, ਸਾਨੂੰ ਕੋਈ ਕੀਰਤਨ ਕਰਨ ਤੋਂ ਰੋਕ ਰਿਹਾ, ਸਾਨੂੰ ਕੋਈ ਪ੍ਰਚਾਰ ਕਰਨ ਤੋਂ ਰੋਕ ਰਿਹਾ, ਕੋਈ ਅੰਮ੍ਰਿਤ ਛਕਾਉਣ ਤੋਂ ਰੋਕ ਰਿਹਾ? ਕਿਹੜੀ ਐਸੀ ਗੱਲ ਹੈ ਕਿ ਜਿਹੜੀ ਸੰਵਿਧਾਨ ਸਾਨੂੰ ਆਗਿਆ ਨਹੀਂ ਦਿੰਦੀ? ਸੋ ਇਸ ਕਰਕੇ ਮੈਂ ਸਮਝਦਾ ਕਿ ਜਿਹੜੇ ਰਾਈਟਸ ਹੈ ਉਹ ਪ੍ਰੋਟੈਕਟ ਹੋਣੇ ਚਾਹੀਦੇ ਆ। ਠੀਕ ਹੈ। ਅੱਛਾ, ਇਹ ਜੋ ਧਾਰਾ ਗੱਲ ਕਰਦੇ ਧਾਰਾ 44 ਦੇ ਬਾਰੇ ਗੱਲ ਇਹਦੇ ਵਿੱਚ ਕੀਤੀ ਜਾ ਰਹੀ ਹੈ ਕਿ ਸ਼ਾਇਦ ਧਾਰਾ 44 ਨੂੰ ਅਮੈਂਡ ਕੀਤਾ ਜਾਏਗਾ ਜਾਂ ਜੋ ਵੀ ਹੈ ਉਸ ਨੂੰ ਲੈ। ਧਾਰਾ 25(b) ਦੇ ਵਿੱਚ ਕੇਸਾਧਾਰੀ ਹਿੰਦੂ ਦਾ ਮਸਲਾ ਜਿਹੜਾ ਹੈਗਾ ਬੜੇ ਲੰਬੇ ਚਿਰ ਤੋਂ ਉਹਦੇ ਉੱਪਰ ਚਰਚਾ ਚੱਲਦੀ ਹੈ। ਤੁਹਾਨੂੰ ਲੱਗਦਾ ਉਹਦੇ ਉੱਪਰ ਵੀ ਸੁਝਾਅ ਦਿੱਤੇ ਜਾਣਗੇ ਇਹਦੇ ਨਾਲ? ਦੇਖੋ, ਧਾਰਾ 44 ਜਿਹੜੀ ਹੈ ਉਹ ਬੇਸਿਕਲੀ ਜਿਹੜੇ ਯੂਨੀਫਾਰਮ ਸਿਵਲ ਕੋਡ ਹੈ ਉਹਦੀ ਗੱਲ ਕਰਦੀ ਆ, ਔਰ ਉਹ ਸਟੇਟ ਨੂੰ ਵੀ ਹੱਕ ਹੈ ਕਿ ਉਹ ਆਪਣੀ ਸਟੇਟ ਆਪਣੇ ਜਿਹੜੇ ਨਾਗਰਿਕ ਹੈ ਉਹਨਾਂ ਦੇ ਰਾਈਟਸ ਜਿਹੜੇ ਆ ਸਿਵਲ ਰਾਈਟਸ ਹੈ ਉਹ ਪ੍ਰੋਟੈਕਟ ਕੀਤੇ ਜਾਣ। ਜਿੱਥੋਂ ਤੱਕ ਧਾਰਾ 25(b) ਦੀ ਗੱਲ ਹੈ, 25(b) ਦੀ ਲੰਬੇ ਸਮੇਂ ਤੋਂ ਸਾਡੀ ਮੰਗ ਚੱਲਦੀ ਆ ਰਹੀ ਆ, ਔਰ ਮੈਂ ਸਮਝਦਾ ਕਿ ਉਸ ਦੇ ਬਾਰੇ ਵੀ ਜਿਹੜੀ ਗੱਲ ਹੈ ਉਹ ਕੀਤੀ ਜਾਏਗੀ।